ਵੀਡੀਓ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 10ਵੀਂ ਕਲਾਸ 10th ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਇਹਦੇ ਵਿੱਚ ਅਸੀਂ ਮੈਥਮੈਟਿਕਸ ਦੇ ਤੀਸਰੇ ਚੈਪਟਰ ਦੇ ਕੁਐਸਚਨ ਜਿਹੜੇ ਕਰਾਂਗੇ। ਤੀਸਰਾ ਅਧਿਆਇ ਸਾਡੇ ਕੋਲ ਦੋ ਚਲਾਂ ਵਾਲੇ ਰੇਖੀ ਸਮੀਕਰਨ ਜਾਂ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲਸ, ਠੀਕ ਹੈ। ਤਾਂ ਉਹਦੇ ਵਿੱਚ ਇਹ ਜਿਹੜੀ ਵੀਡੀਓ ਇਹ ਲੈਸਨ ਦੇ ਕੁਐਸਚਨ ਜਿਹੜੇ ਸੀ 2 ਅੰਕਾਂ ਵਾਲੇ ਨੇ, ਉਹ 2 ਪਾਰਟਸ ਦੇ ਵਿੱਚ ਕਰਾਂਗੇ, ਠੀਕ ਹੈ। तो सब तो पहला ਅਸੀਂ ਪਾਰਟ 1 ਦੇ ਵਿੱਚ ਦੇਖਦੇ ਹਾਂ। ਸਭ ਤੋਂ ਪਹਿਲਾ ਜਿਹੜਾ ਸਵਾਲ ਹੈ, ਪਹਿਲਾ ਕੁਐਸਚਨ ਹੈ ਸਾਡੇ ਕੋਲ, ਕ੍ਰਿਕਟ ਟੀਮ ਦੇ ਇੱਕ ਕੋਚ ਨੇ ਰੁਪਏ 3900 ਵਿੱਚ 3 ਬੱਲੇ ਅਤੇ 6 ਗੇਂਦਾਂ ਖਰੀਦੀਆਂ। ਬਾਅਦ ਵਿੱਚ ਉਸਨੇ ਇੱਕ ਹੋਰ ਬੱਲਾ ਅਤੇ ਉਸੇ ਤਰ੍ਹਾਂ ਦੀਆਂ 3 ਗੇਂਦਾਂ ਰੁਪਏ 1300 ਵਿੱਚ ਖਰੀਦੀਆਂ। ਇਸ ਸਥਿਤੀ ਨੂੰ ਬੀਜ ਗਣਿਤਕ ਰੂਪ ਵਿੱਚ ਲਿਖੋ, ਠੀਕ ਹੈ। तो ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕੋਚ ਨੇ 3 ਬੱਲੇ 3 ਬੈਟ ਤੇ 6 ਗੇਂਦਾਂ ਨੇ ਜਿਹੜੀਆਂ ਉਹ 3900 ਰੁਪਏ ਦੇ ਵਿੱਚ ਖਰੀਦੀਆਂ, ਠੀਕ ਹੈ। ਇਸ ਤੋਂ ਬਾਅਦ ਇੱਕ ਹੋਰ ਬੱਲਾ ਤੇ 3 ਗੇਂਦਾਂ 1300 ਰੁਪਏ ਵਿੱਚ ਖਰੀਦੀਆਂ। ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਬੱਲੇ ਦੀ ਭਾਵ ਕਿ ਬੈਟ ਦੀ ਜਿਹੜੀ ਕੀਮਤ ਹੈ ਉਹ ਕੁਛ ਨਾ ਕੁਛ ਜਿਹੜੀ ਉਹ ਫਿਕਸ ਕਰਨੀ ਪਏਗੀ, ਨਿਰਧਾਰਿਤ ਕਰਨੀ ਪਏਗੀ। ਫਿਰ ਗੇਂਦ ਦੀ ਕੀਮਤ ਜਿਹੜੀ ਉਹ ਨਿਰਧਾਰਿਤ ਕਰਨੀ ਪਏਗੀ, ਠੀਕ ਹੈ। ਤਾਂ ਮੰਨ ਲਓ ਇੱਕ ਬੱਲੇ ਦੀ ਕੀਮਤ ਬਰਾਬਰ x, ਇੱਕ ਬੱਲੇ ਦੀ ਕੀਮਤ ਬਰਾਬਰ x, ਠੀਕ ਹੈ। ਤੇ ਇੱਕ ਗੇਂਦ ਦੀ ਕੀਮਤ ਬਰਾਬਰ y। ਇੱਕ ਗੇਂਦ ਦੀ ਕੀਮਤ ਬਰਾਬਰ y। तो प्रश्न ਦੀ ਸ਼ਰਤ ਅਨੁਸਾਰ ਹਾਂਜੀ, 3 ਬੱਲਿਆਂ ਦੀ ਜਿਹੜੀ ਕੀਮਤ ਹੈ, ਇੱਕ ਬੱਲੇ ਦੀ ਕੀਮਤ x ਹੈ, ਤੇ 3 ਬੱਲਿਆਂ ਦੀ ਕੀਮਤ ਸਾਡੇ ਕੋਲ 3x ਹੋ ਜਾਏਗੀ, ਠੀਕ ਹੈ। ਜਮਾ ਇੱਕ ਗੇਂਦ ਦੀ ਕੀਮਤ y ਹੈ, ਤਾਂ 6 ਗੇਂਦਾਂ ਦੀ ਕੀਮਤ ਸਾਡੇ ਕੋਲ 6y ਹੋ ਜਾਏਗੀ, 6y। ਔਰ ਇਹ ਟੋਟਲ ਜਿਹੜਾ ਸਾਡੇ ਕੋਲ ਇਹਦੀ ਕਾਸਟ ਹੈ, ਟੋਟਲ ਜਿਹੜਾ ਮੁੱਲ ਹੈ ਉਹ 3900 ਰੁਪਏ ਦਿੱਤਾ ਹੋਇਆ, ਠੀਕ ਹੈ। 3 ਗੇਂਦਾਂ 3 ਬੱਲੇ ਅਤੇ 6 ਗੇਂਦਾਂ ਦਾ ਮੁੱਲ 3900 ਰੁਪਈਆ। ਇਸ ਤੋਂ ਬਾਅਦ ਜਿਹੜੀ ਦੂਸਰੀ ਕੰਡੀਸ਼ਨ ਹੈ ਉਹਦੇ ਵਿੱਚ ਹੈ ਇੱਕ ਬੱਲਾ। ਇੱਕ ਬੱਲੇ ਦੀ ਕੀਮਤ ਅਸੀਂ ਪਹਿਲਾਂ ਹੀ ਮੰਨ ਚੁੱਕੇ ਹਾਂ, ਸਾਡੇ ਕੋਲ x ਹੀ ਰਹੇਗੀ, ਤੇ 3 ਗੇਂਦਾਂ। ਤੋ ਇੱਕ ਗੇਂਦ ਦੀ ਕੀਮਤ y, 3 ਗੇਂਦਾਂ ਦੀ ਕੀਮਤ ਸਾਡੇ ਕੋਲ 3y। ਇਹ ਜਿਹੜਾ ਟੋਟਲ ਮੁੱਲ ਹੈ ਇਹ ਸਾਡੇ ਕੋਲ 1300 ਰੁਪਏ ਦਿੱਤਾ ਗਿਆ ਹੈ, ਠੀਕ ਹੈ। ਤੋ ਇਹ ਦਿੱਤੀ ਹੋਈ ਸਥਿਤੀ ਦਾ ਬੀਜ ਗਣਿਤਕ ਰੂਪ ਜਿਹੜਾ ਉਹ ਇਹ ਦੋਨੋਂ ਇਕੁਏਸ਼ਨਸ, ਦੋਨੋਂ ਸਮੀਕਰਨਾਂ ਹਨ, ਠੀਕ ਹੈ। ਤੋ ਇਹਨੂੰ ਅਸੀਂ ਸਮੀਕਰਨ 1 ਲਿਖ ਲੈਂਦੇ ਹਾਂ, ਇਹਨੂੰ ਸਮੀਕਰਨ 2 ਲਿਖ ਲੈਂਦੇ ਹਾਂ। ਤੋ ਸਮੀਕਰਨ 1 ਅਤੇ 2 ਦਿੱਤੀ ਹੋਈ ਸਥਿਤੀ ਦਾ ਬੀਜ ਗਣਿਤਕ ਰੂਪ ਹਨ। ਸਮੀਕਰਨ 1 ਅਤੇ 2 ਦਿੱਤੀ ਹੋਈ ਸਥਿਤੀ ਦਾ ਬੀਜ ਗਣਿਤਕ ਰੂਪ ਹੈ, ਠੀਕ ਹੈ। ਤੋ ਇਸ ਢੰਗ ਦੇ ਨਾਲ ਅਸੀਂ ਕਿਸੇ ਵੀ ਸਥਿਤੀ ਨੂੰ ਜੋ ਵੀ ਸਵਾਲ ਦੇ ਵਿੱਚ ਸਾਨੂੰ ਦਿੱਤੀ ਹੈ ਬੀਜ ਗਣਿਤਕ ਰੂਪ ਦੇ ਵਿੱਚ ਬਦਲ ਸਕਦੇ ਹਾਂ, ਠੀਕ ਹੈ। ਇਸ ਤੋਂ ਬਾਅਦ ਅਗਲੇ ਸਵਾਲ ਕਰਨ ਤੋਂ ਪਹਿਲਾਂ ਅਸੀਂ ਕੁਝ ਜਾਣਕਾਰੀ ਹੈ ਜਿਹੜੀ ਦੇਖਾਂਗੇ। ਜਿਵੇਂ ਸਾਡੇ ਕੋਲ ਦੋ ਸਮੀਕਰਨਾਂ ਨੇ a1x plus b1y plus c1 equals to 0, a2x plus b2y plus c2 equals to 0। ਇਹ ਦੋ ਸਾਡੇ ਕੋਲ ਰੇਖੀ ਸਮੀਕਰਨਾਂ ਨੇ, ਦੋ ਚਲਾਂ ਵਾਲੀਆਂ, ਜਿਹਦੇ ਵਿੱਚ ਇੱਕ ਚਲ x ਹੈ ਤੇ ਦੂਸਰਾ ਚਲ y ਹੈ, ਠੀਕ ਹੈ। ਤੋ ਦੋਨੋਂ ਸਮੀਕਰਨਾਂ ਦੇ ਸਾਡੇ ਕੋਲ 3 ਕੇਸ ਬਣਦੇ ਨੇ ਜਦੋਂ ਅਸੀਂ ਇਹਨਾਂ ਦੇ ਹੱਲ ਪਤਾ ਕਰਦੇ ਹਾਂ। ਜਾਂ ਤੇ ਇਹਨਾਂ ਸਮੀਕਰਨਾਂ ਦਾ ਜਿਹੜਾ ਇੱਕ ਹੱਲ ਹੋ ਸਕਦਾ ਹੈ, ਜਿਹਨੂੰ ਅਸੀਂ ਵਿਲੱਖਣ ਹੱਲ ਕਹਿੰਦੇ ਹਾਂ ਜਾਂ ਯੂਨੀਕ ਸੋਲਿਊਸ਼ਨ ਬੋਲਦੇ ਹਾਂ, ਜਾਂ ਇਹ ਦੋਨੋਂ ਸਮੀਕਰਨਾਂ ਦੇ ਸਾਡੇ ਕੋਲ ਅਨੇਕ ਹੱਲ ਹੋ ਸਕਦੇ ਹੈ, ਠੀਕ ਹੈ। ਜਾਂ ਫਿਰ ਇਹਨਾਂ ਸਮੀਕਰਨਾਂ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ। ਹੱਲ ਦਾ ਭਾਵ ਹੁੰਦਾ ਹੈ ਕਿ x ਤੇ y ਦੀਆਂ ਉਹ ਕੀਮਤਾਂ ਜਿਹੜੀਆਂ ਜਦੋਂ ਅਸੀਂ ਇਹਨਾਂ ਸਮੀਕਰਨਾਂ ਦੇ ਵਿੱਚ ਭਰੀਏ ਤਾਂ ਸਾਡੇ ਕੋਲ ਖੱਬਾ ਪਾਸਾ ਅਤੇ ਸੱਜਾ ਪਾਸਾ ਸਮੀਕਰਨ ਦਾ ਬਰਾਬਰ ਹੋ ਜਾਏ, ਠੀਕ ਹੈ। ਤੋ ਜੇਕਰ ਕੋਈ ਐਸੀ x ਤੇ y ਦੀ ਕੀਮਤ ਸਾਡੇ ਕੋਲ ਆ ਜਾਂਦੀ ਹੈ ਜਿਹੜੀ ਦੋਨੋਂ ਹੀ ਸਮੀਕਰਨਾਂ ਨੂੰ ਹੱਲ ਕਰਦੀ ਹੈ, ਤਾਂ ਉਹਨਾਂ ਜਿਹੜੀਆਂ ਕੀਮਤਾਂ ਨੂੰ ਅਸੀਂ ਦਿੱਤੀ ਹੋਈਆਂ ਸਮੀਕਰਨਾਂ ਦਾ ਹੱਲ ਕਹਿੰਦੇ ਹਾਂ, ਠੀਕ ਹੈ। ਤੋ ਜਾਂ ਤੇ ਦੋਨਾਂ ਦਾ ਇੱਕ ਵਿਲੱਖਣ ਹੱਲ ਹੋ ਸਕਦਾ ਹੈ,
ਜਾਂ ਫਿਰ ਬਹੁਤ ਸਾਰੇ ਅਣਗਿਣਤ ਹੱਲ ਹੋ ਸਕਦੇ ਨੇ ਜਾਂ ਫਿਰ ਕੋਈ ਹੱਲ ਨਹੀਂ ਹੋ ਸਕਦਾ। ਇਹ ਸਾਨੂੰ ਕਿਵੇਂ ਪਤਾ ਲੱਗਦਾ ਹੈ ਬਿਨਾਂ ਹੱਲ ਕੀਤੇ ਜਿਹੜੇ ਸਾਡੇ ਕੋਲ ਇਹ ਗੁਣਾਂਕ ਨੇ ਸਮੀਕਰਨ ਦੇ ਵਿੱਚ ਚੱਲਦੇ ਗੁਣਾਂਕ ਨੇ ਚਲਾਂ ਦੇ ਜਾਂ ਅਚਲ ਪਦ ਹੈ, ਇਹਨਾਂ ਨੂੰ ਦੇਖ ਕੇ ਅਸੀਂ ਦੱਸ ਸਕਦੇ ਹਾਂ। ਠੀਕ ਹੈ, ਉਹ ਸਾਡੇ ਕੋਲ ਕੀ ਉਹਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਜੋ ਵੀ ਸਾਡੇ ਕੋਲ x ਦਾ ਗੁਣਾਂਕ ਹੈ ਦੋਨੋਂ ਸਮੀਕਰਨਾਂ ਦੇ ਵਿੱਚ, ਜਿਵੇਂ ਇੱਥੇ a1 ਤੇ a2 ਲਿਖਿਆ ਗਿਆ ਹੈ, ਇਹਨਾਂ ਦੀ ਜਗ੍ਹਾ ਤੇ ਕੋਈ ਵੀ ਵਾਸਤਵਿਕ ਸੰਖਿਆ ਜਿਹੜੀ ਹੋ ਸਕਦੀ ਹੈ। ਤਾਂ ਅਸੀਂ a1 ਵਟਾ a2 ਕਰਾਂਗੇ। ਠੀਕ ਹੈ, a1 ਤੇ a2 ਦਾ ਜਿਹੜਾ ਅਨੁਪਾਤ ਹੈ ਉਹ ਅਸੀਂ ਦੇਖਾਂਗੇ। ਇਸ ਤੋਂ ਬਾਅਦ ਜੋ y ਦੇ ਗੁਣਾਂਕ ਨੇ ਉਹਨਾਂ ਦੇ ਅਨੁਪਾਤ ਅਸੀਂ ਦੇਖਾਂਗੇ b1 ਵਟਾ b2। ਜੇਕਰ ਇਹ ਦੋਨੋਂ ਅਨੁਪਾਤ ਬਰਾਬਰ ਨਹੀਂ ਹੈਗੇ, ਬਰਾਬਰ ਨਹੀਂ ਆਉਂਦੇ, ਤਾਂ ਉਸ ਵੇਲੇ ਦੋਨੋਂ ਦਿੱਤੀਆਂ ਹੋਈਆਂ ਸਮੀਕਰਨਾਂ ਦਾ ਇੱਕ ਵਿਲੱਖਣ ਹੱਲ ਹੁੰਦਾ ਹੈ। ਤੇ ਇਹਨਾਂ ਦੇ ਜੇਕਰ ਅਸੀਂ ਆਲੇਖ ਖਿੱਚਾਂਗੇ ਤਾਂ ਉਹ ਸਾਡੇ ਕੋਲ ਕੱਟਦੀਆਂ ਹੋਈਆਂ ਰੇਖਾਵਾਂ ਬਣਨਗੀਆਂ, ਦੋ ਰੇਖਾਵਾਂ ਬਣਨਗੀਆਂ ਜਿਹੜੀਆਂ ਆਪਸ ਦੇ ਵਿੱਚ ਇੱਕ ਬਿੰਦੂ ਦੇ ਉੱਤੇ ਕੱਟਦੀਆਂ ਹੋਣਗੀਆਂ। ਤੇ ਇਹੋ ਜਿਹੇ ਸਮੀਕਰਨਾਂ ਦੇ ਜੋੜੇ ਨੂੰ ਅਸੀਂ ਸੰਗਤ ਜੋੜਾ ਕਹਿੰਦੇ ਹਾਂ। ਠੀਕ ਹੈ, ਇਹ ਤਿੰਨੋਂ ਹੀ ਚੀਜ਼ਾਂ ਅਸੀਂ ਯਾਦ ਰੱਖਾਂਗੇ, ਚਾਰੋਂ ਹੀ ਚੀਜ਼ਾਂ। ਇਹ ਅਨੁਪਾਤ ਦੋਨੋਂ ਬਰਾਬਰ ਨਹੀਂ ਚਾਹੀਦੇ। ਜਦੋਂ ਅਨੁਪਾਤ ਦੋਨੋਂ ਬਰਾਬਰ ਨਾ ਹੋਣ ਤਾਂ ਸਮੀਕਰਨ ਦਾ ਇੱਕ ਵਿਲੱਖਣ ਹੱਲ ਯੂਨੀਕ ਸੋਲਿਊਸ਼ਨ ਹੁੰਦਾ ਹੈ। ਤੇ ਜਿਹੜੇ ਆਲੇਖ ਹੁੰਦੇ ਨੇ ਉਹਦੇ ਨਾਲ ਰੇਖਾਵਾਂ ਕੱਟਦੀਆਂ ਹੋਈਆਂ ਇੰਟਰਸੈਕਟਿੰਗ ਲਾਈਨਸ ਬਣਦੀਆਂ ਨੇ, ਤੇ ਅਸੀਂ ਇਹਨਾਂ ਨੂੰ ਕੰਸਿਸਟੈਂਟ ਪੇਅਰ ਬੋਲਦੇ ਹਾਂ ਜਾਂ ਸੰਗਤ ਪੇਅਰ ਬੋਲਦੇ ਹਾਂ। ਠੀਕ ਹੈ, ਇਸ ਤੋਂ ਬਾਅਦ ਜੇਕਰ ਦੂਸਰਾ ਕੇਸ ਅਸੀਂ ਦੇਖੀਏ a1 ਵਟਾ a2, b1 ਵਟਾ b2 ਤੇ c1 ਵਟਾ b2, ਇਹ ਤਿੰਨੋਂ ਅਨੁਪਾਤ ਜੇਕਰ ਬਰਾਬਰ ਆ ਜਾਂਦੇ ਨੇ, ਉਸ ਕੇਸ ਦੇ ਵਿੱਚ, ਉਸ ਸਥਿਤੀ ਦੇ ਵਿੱਚ ਸਮੀਕਰਨਾਂ ਦਾ ਜਿਹੜਾ ਜੋੜਾ ਹੈ ਉਹਦੇ ਅਨੇਕਾਂ ਹੱਲ ਹੁੰਦੇ ਨੇ, ਇਨਫਾਈਨਾਈਟਲੀ ਮੈਨੀ ਸੋਲਿਊਸ਼ਨ। ਠੀਕ ਹੈ, ਅਣਗਿਣਤ ਹੱਲ ਹੁੰਦੇ ਨੇ। ਤੇ ਜੇਕਰ ਅਸੀਂ ਇਹਨਾਂ ਦੋਨਾਂ ਦੀਆਂ ਰੇਖਾਵਾਂ ਜਿਹੜੀਆਂ ਦੋਨਾਂ ਦੇ ਆਲੇਖ ਅਸੀਂ ਖਿੱਚੀਏ ਤਾਂ ਸਾਡੇ ਕੋਲ ਦੋ ਸੰਪਾਤੀ ਰੇਖਾਵਾਂ ਬਣਦੀਆਂ ਨੇ। ਮਤਲਬ ਇੱਕ ਰੇਖਾ ਬਣੇਗੀ, ਦੂਸਰੀ ਰੇਖਾ ਇਸੇ ਹੀ ਰੇਖਾ ਦੇ ਉੱਪਰ ਬਣ ਜਾਂਦੀ ਹੈ। ਠੀਕ ਹੈ, ਤਾਂ ਇਸ ਲਈ ਇਹਨਾਂ ਦੇ ਬਹੁਤ ਸਾਰੇ ਬਿੰਦੂ ਜਿਹੜੇ ਅਣਗਿਣਤ ਬਿੰਦੂ ਦੋਨਾਂ ਰੇਖਾਵਾਂ ਦੇ ਸਾਂਝੇ ਹੋ ਜਾਂਦੇ ਨੇ। ਤੇ ਉਹ ਸਾਰੇ ਸਾਡੇ ਕੋਲ ਜਿਹੜੇ ਬਿੰਦੂ ਨੇ ਉਹਨਾਂ ਦੇ ਜੋ ਨਿਰਦੇਸ਼ ਅੰਕ ਨੇ ਉਹ ਦੋਨੋਂ ਸਮੀਕਰਨਾਂ ਦੇ ਹੱਲ ਬਣ ਜਾਂਦੇ ਨੇ। ਠੀਕ ਹੈ, ਤਾਂ ਇਸ ਕੇਸ ਦੇ ਵਿੱਚ ਵੀ ਅਸੀਂ ਜਿਹੜਾ ਇਹਨੂੰ ਸੰਗਤ ਜੋੜਾ ਹੀ, ਕੰਸਿਸਟੈਂਟ ਪੇਅਰ ਹੀ ਬੋਲਦੇ ਹਾਂ। ਠੀਕ ਹੈ, ਇਸ ਤੋਂ ਬਾਅਦ ਗੱਲ ਆਉਂਦੀ ਹੈ ਜੇਕਰ ਸਾਡੇ ਕੋਲ ਅਨੁਪਾਤਾਂ ਦੇ ਵਿੱਚ a1 ਵਟਾ a2, b1 ਵਟਾ b2 ਇਹ ਤਾਂ ਦੋਨੋਂ ਬਰਾਬਰ ਹੋ ਜਾਣ। ਠੀਕ ਹੈ, ਪਰ c1 ਵਟਾ c2 ਦੀ ਕੀਮਤ ਇਹਨਾਂ ਦੋਨਾਂ ਤੋਂ ਅਲੱਗ ਆਵੇ ਤਾਂ ਉਸ ਸਥਿਤੀ ਦੇ ਵਿੱਚ ਦੋਨੋਂ ਹੀ ਸਮੀਕਰਨਾਂ ਦਾ ਕੋਈ ਵੀ ਹੱਲ ਨਹੀਂ ਹੁੰਦਾ। ਤੇ ਜੇਕਰ ਅਸੀਂ ਦੋਨੋਂ ਸਮੀਕਰਨਾਂ ਦੇ ਆਲੇਖ ਖਿੱਚੀਏ ਤਾਂ ਉਹ ਆਲੇਖ ਸਾਡੇ ਕੋਲ ਦੋ ਸਮਾਨ ਅੰਤਰ ਰੇਖਾਵਾਂ ਬਣਦੀਆਂ ਨੇ, ਭਾਵ ਕਿ ਦੋ ਰੇਖਾਵਾਂ ਜਿਹੜੀਆਂ ਆਪਸ ਵਿੱਚ ਕਿਸੇ ਵੀ ਬਿੰਦੂ ਤੇ ਨਹੀਂ ਕੱਟਦੀਆਂ। ਕੋਈ ਵੀ ਬਿੰਦੂ ਇਹਨਾਂ ਦਾ ਸਾਂਝਾ ਨਹੀਂ ਹੈ, ਇਸ ਲਈ ਇਹਨਾਂ ਦਾ ਕੋਈ ਵੀ ਹੱਲ ਜਿਹੜਾ ਉਹ ਨਹੀਂ ਹੁੰਦਾ। ਠੀਕ ਹੈ, ਤੇ ਇਹੋ ਜਿਹੀਆਂ ਰੇਖਾਵਾਂ ਦਾ ਜਿਹੜਾ ਜੋੜਾ ਹੈ, ਇਹੋ ਜਿਹੀਆਂ ਸਮੀਕਰਨਾਂ ਦਾ ਜਿਹੜਾ ਜੋੜਾ ਹੈ, ਉਹਨਾਂ ਨੂੰ ਅਸੰਗਤ ਜੋੜਾ ਕਿਹਾ ਜਾਂਦਾ ਹੈ। ਇਨਕਨਸਿਸਟੈਂਟ ਆਪਾਂ ਇੰਗਲਿਸ਼ ਦੇ ਵਿੱਚ ਇਹਨੂੰ ਬੋਲਦੇ ਹਾਂ। ਠੀਕ ਹੈ, ਇਹਦੇ ਵਿੱਚ ਇੱਕ ਚੀਜ਼ ਆਪਾਂ ਹੋਰ ਧਿਆਨ ਦੇ ਵਿੱਚ ਰੱਖਣੀ ਹੈ ਕਿ ਸਮੀਕਰਨਾਂ ਦਾ ਜਾਂ ਤਾਂ ਸਾਡੇ ਕੋਲ ਸਿਰਫ ਇੱਕ ਹੱਲ ਹੁੰਦਾ ਹੈ। ਠੀਕ ਹੈ, ਜਾਂ ਸਾਡੇ ਕੋਲ ਅਣਗਿਣਤ ਹੱਲ ਹੁੰਦੇ ਨੇ। ਠੀਕ ਹੈ, ਜਾਂ ਤਾਂ ਇੱਕ ਹੱਲ ਜਾਂ ਅਣਗਿਣਤ। ਇੱਦਾਂ ਨਹੀਂ ਕਿਸੇ ਵੀ ਕੇਸ ਦੇ ਵਿੱਚ ਹੋ ਸਕਦਾ ਕਿ ਸਮੀਕਰਨਾਂ ਦੇ ਦੋ ਹੱਲ ਨੇ ਜਾਂ ਸਮੀਕਰਨਾਂ ਦੇ ਤਿੰਨ ਹੱਲ ਨੇ ਜਾਂ ਸਮੀਕਰਨਾਂ ਦੇ ਚਾਰ ਹੱਲ ਨੇ। ਠੀਕ ਹੈ, ਇਹ ਸੰਭਵ ਨਹੀਂ ਹੈ। ਜਾਂ ਤਾਂ ਇੱਕ ਹੱਲ ਜਾਂ ਅਨੇਕ ਹੱਲ ਜਾਂ ਫਿਰ ਕੋਈ ਹੱਲ ਨਹੀਂ, 0, 1 ਜਾਂ ਅਣਗਿਣਤ। ਠੀਕ ਹੈ, ਤਾਂ ਆਓ ਇਸੇ ਹੀ ਜਾਣਕਾਰੀ ਦੀ ਵਰਤੋਂ ਕਰਕੇ ਅਸੀਂ ਅੱਗੇ ਆਉਣ ਵਾਲੇ ਜਿਹੜੇ ਸਵਾਲ ਨੇ ਉਹਨਾਂ ਨੂੰ ਹੱਲ ਕਰਾਂਗੇ ਤੇ ਉਹਨਾਂ ਨੂੰ ਸਮਝਾਂਗੇ। ਠੀਕ ਹੈ, ਹਾਂਜੀ ਬੱਚਿਓ, ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜਾ ਸਵਾਲ ਹੈ, ਅਨੁਪਾਤਾਂ a1 ਵਟਾ a2, b1 ਵਟਾ b2, c1 ਵਟਾ c2 ਦੀ ਤੁਲਨਾ ਕਰਕੇ ਪਤਾ ਕਰੋ ਕਿ ਹੇਠਾਂ ਦਿੱਤੀ ਗਈ ਹੇਠਾਂ ਦਿੱਤੇ ਗਏ ਸਮੀਕਰਨ ਦਾ ਜੋੜਾ ਸੰਗਤ ਹੈ ਜਾਂ ਅਸੰਗਤ। ਤਾਂ ਇਹਦੇ ਬਾਰੇ ਅਸੀਂ ਦੇਖ ਆਏ ਹਾਂ। ਜਦੋਂ ਵੀ ਸਾਡੇ ਕੋਲ ਸਮੀਕਰਨਾਂ ਦੇ ਜੋੜੇ ਦਾ ਇੱਕ ਹੱਲ ਜਾਂ ਅਨੇਕ ਹੱਲ, ਮਤਲਬ ਕਿ ਹੱਲ ਹੋਏਗਾ, ਉਸ ਵੇਲੇ ਜਿਹੜਾ ਜੋੜਾ ਹੈ ਉਹ ਸੰਗਤ ਹੁੰਦਾ ਹੈ। ਜਦੋਂ ਕੋਈ ਵੀ ਹੱਲ ਨਹੀਂ ਹੁੰਦਾ ਉਸ ਵੇਲੇ ਸੰਗਤ ਜੋੜਾ ਜਿਹੜਾ ਸਾਡੇ ਕੋਲ ਜੋੜਾ ਹੈ ਉਹ ਅਸੰਗਤ ਹੁੰਦਾ ਹੈ। ਠੀਕ ਹੈ, ਤਾਂ ਇਹਨਾਂ ਦੇ ਵਿੱਚ ਪਹਿਲਾ ਸਵਾਲ ਅਸੀਂ ਦੇਖਦੇ ਹਾਂ। ਪਹਿਲਾ ਸਵਾਲ ਜਿਹੜਾ ਸਾਡੇ ਕੋਲ ਹੈ, ਇਹਦੇ ਵਿੱਚ ਜਿਹੜੀਆਂ ਸਮੀਕਰਨਾਂ ਨੇ ਉਹ ਸਾਨੂੰ ਦਿੱਤੀਆਂ ਹੋਈਆਂ ਨੇ 3x प्लस 2y, 3x प्लस 2y और इक्वल्स टू 5। ठीक है, और 2x माइनस 3y बराबर 7। ठीक है, तो ਇਹਦੇ ਵਿੱਚੋਂ ਅਸੀਂ ਦੇਖ ਸਕਦੇ ਹਾਂ ਕਿ ਜਿਹੜੀ a1 ਦੀ ਕੀਮਤ ਹੈ ਉਹ ਸਾਡੇ ਕੋਲ ਬਣਦੀ ਹੈ 3 ਔਰ b1 ਦੀ ਕੀਮਤ ਬਣਦੀ ਹੈ 2, c1 ਦੀ ਕੀਮਤ ਬਣਦੀ ਹੈ 5, a2 ਦੀ ਕੀਮਤ ਬਣਦੀ ਹੈ 2
B2 ਦੀ ਕੀਮਤ ਬਣਦੀ ਹੈ -3 ਅਤੇ C2 ਦੀ ਕੀਮਤ ਬਣਦੀ ਹੈ 7। ਠੀਕ ਹੈ, ਅਸੀਂ ਇੱਕ ਚੀਜ਼ ਦਾ ਖਿਆਲ ਰੱਖਾਂਗੇ ਕਿ ਜਿਹੜੇ ਇਹ ਸਾਡੇ ਕੋਲ ਕੌਂਸਟੈਂਟ ਅਚਲ ਪਦ ਨੇ, ਇਹ ਜਾਂ ਤਾਂ ਦੋਨੋਂ ਹੀ ਬਰਾਬਰ ਦੇ ਖੱਬੇ ਪਾਸੇ ਹੋਣਗੇ ਜਾਂ ਫਿਰ ਦੋਨੋਂ ਹੀ ਬਰਾਬਰ ਦੇ ਸੱਜੇ ਪਾਸੇ ਹੋਣਗੇ। ਜਿੱਦਾਂ ਹੁਣ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਜਿਹੜੇ ਅਚਲ ਪਦ ਨੇ ਇਹ ਬਰਾਬਰ ਦੇ ਸੱਜੇ ਪਾਸੇ ਸਥਿਤ ਨੇ। ਤੋ ਇਸ ਤਰ੍ਹਾਂ ਵੀ ਹੋ ਸਕਦਾ ਹੈ। ਇੱਦਾਂ ਨਹੀਂ ਕਰਨਾ ਕਿ ਇੱਕ ਅਚਲ ਪਦ ਖੱਬੇ ਪਾਸੇ ਹੋਏ ਤੇ ਦੂਸਰਾ ਅਚਲ ਪਦ ਸੱਜੇ ਪਾਸੇ ਹੋਏ, ਫਿਰ ਉਹਨਾਂ ਦੇ ਅਨੁਪਾਤ ਜਿਹੜੇ ਉਹ ਸਾਡੇ ਕੋਲ ਸਹੀ ਨਹੀਂ ਆਣਗੇ। ਜਾਂ ਤਾਂ ਦੋਨੋਂ ਹੀ ਖੱਬੇ ਜਾਂ ਫਿਰ ਦੋਨੋਂ ਹੀ ਸੱਜੇ। ਜੇਕਰ ਅਸੀਂ ਇਹਨਾਂ ਨੂੰ ਖੱਬੇ ਪਾਸੇ ਲੈ ਕੇ ਜਾਣਾ ਹੋਏ ਤਾਂ ਇੱਧਰ -5 ਬਣੇਗਾ, ਇੱਧਰ ਸਾਡੇ ਕੋਲ ਸੱਜੇ ਪਾਸੇ 0 ਆ ਜਾਏਗਾ। ਠੀਕ ਹੈ, ਔਰ ਇਹਦੇ ਵਿੱਚ ਵੀ 7 ਨੂੰ ਇੱਧਰ ਲੈ ਕੇ ਜਾਵਾਂਗੇ -7 ਬਣ ਜਾਏਗਾ, ਸੱਜੇ ਪਾਸੇ ਸਾਡੇ ਕੋਲ 0 ਬਣ ਜਾਏਗਾ। ਠੀਕ ਹੈ, ਤੋ ਇਸ ਚੀਜ਼ ਦਾ ਆਪਾਂ ਖਿਆਲ ਰੱਖਾਂਗੇ। ਤੋ ਇਹਦੇ ਵਿੱਚ ਹੁਣ ਜੇਕਰ ਅਸੀਂ ਅਨੁਪਾਤ ਦੇਖੀਏ ਤਾਂ A1/A2 ਜਿਹੜਾ ਪਹਿਲਾ ਅਨੁਪਾਤ ਹੈ ਇਹ ਸਾਡੇ ਕੋਲ 3/2 ਬਣਦਾ ਹੈ। ਠੀਕ ਹੈ, ਤੇ B1/B2 ਜਿਹੜਾ ਅਨੁਪਾਤ ਹੈ ਇਹ ਸਾਡੇ ਕੋਲ ਬਣਦਾ ਹੈ -2/3 ਜਾਂ 2/-3 ਆਪਾਂ ਕਹਿ ਸਕਦੇ ਹਾਂ। ਤੋ ਇਹ ਸਾਡੇ ਕੋਲ -2/3 ਬਣਦਾ ਹੈ। ਠੀਕ ਹੈ, ਤੋ ਦੇਖ ਸਕਦੇ ਹਾਂ ਅਸੀਂ ਸਾਫ਼ ਤੌਰ 'ਤੇ ਇੱਥੇ ਪਤਾ ਲੱਗਦਾ ਹੈ ਸਾਨੂੰ ਕਿ A1/A2 ਦੀ ਕੀਮਤ ਜਿਹੜੀ ਹੈ ਉਹ B1/B2 ਦੀ ਕੀਮਤ ਦੇ ਬਰਾਬਰ ਨਹੀਂ ਹੈ। ਠੀਕ ਹੈ, ਤੋ ਇਸ ਕੇਸ ਦੇ ਵਿੱਚ ਕੀ ਹੋਏਗਾ, ਸਾਡੇ ਕੋਲ ਦਿੱਤੇ ਹੋਏ ਜੋੜੇ ਦਾ ਇੱਕ ਵਿਲੱਖਣ ਹੱਲ ਹੋਏਗਾ। ਹੱਲ ਹੋਏਗਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਜੋੜਾ ਹੈ ਸਾਡੇ ਕੋਲ ਰੇਖੀ ਸਮੀਕਰਨਾਂ ਦਾ ਉਹ ਸੰਗਤ ਜੋੜਾ ਹੈ। ਠੀਕ ਹੈ, ਤੋ ਅਸੀਂ ਇੱਥੇ ਲਿਖਦੇ ਹਾਂ ਕਿ ਇਸ ਲਈ ਦਿੱਤਾ ਹੋਇਆ ਰੇਖੀ ਜੋੜਾ ਸੰਗਤ ਹੈ। ਦਿੱਤਾ ਹੋਇਆ ਰੇਖੀ ਜੋੜਾ ਸੰਗਤ ਹੈ। ਠੀਕ ਹੈ, ਇਹਦੇ 'ਚ ਅਸੀਂ ਹੱਲ ਦੀ ਗੱਲ ਨਹੀਂ ਕੀਤੀ ਕਿ ਇਹਦਾ ਵਿਲੱਖਣ ਹੱਲ ਹੈ, ਕਿਉਂਕਿ ਸਾਨੂੰ ਸਵਾਲ ਦੇ ਵਿੱਚ ਪੁੱਛਿਆ ਨਹੀਂ ਗਿਆ ਸੀ। ਅਦਰਵਾਈਜ਼ ਤੁਸੀਂ ਲਿਖ ਵੀ ਸਕਦੇ ਹੋ। ਜੇ ਸਾਨੂੰ ਇੱਥੇ ਪੁੱਛਿਆ ਹੁੰਦਾ ਕਿ ਇਹਦੇ ਕਿੰਨੇ ਹੱਲ ਨੇ ਤਾਂ ਅਸੀਂ ਇਹ ਲਿਖ ਸਕਦੇ ਸੀ ਕਿ ਇਸ ਸਮੀਕਰਨ ਜੋੜੇ ਦਾ ਵਿਲੱਖਣ ਹੱਲ ਹੈ। ਠੀਕ ਹੈ, ਫਿਲਹਾਲ ਸਾਨੂੰ ਸਿਰਫ ਸੰਗਤ ਤੇ ਅਸੰਗਤ ਬਾਰੇ ਪੁੱਛਿਆ ਗਿਆ ਤਾਂ ਅਸੀਂ ਉੱਤਰ ਦੇ ਵਿੱਚ ਸਿਰਫ ਇੰਨਾ ਵੀ ਲਿਖਾਂਗੇ ਤਾਂ ਉਹ ਜਿਹੜਾ ਹੈ ਸਫੀਸ਼ੀਐਂਟ ਹੋਏਗਾ। ਠੀਕ ਹੈ, ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਉਹਦੇ 'ਚ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਸਮੀਕਰਨਾਂ ਸਾਨੂੰ ਦਿੱਤੀਆਂ ਨੇ। ਇੱਕ ਸਮੀਕਰਨ ਹੈ 2x - 3y = 8। दूसरी समीकरण है 4x - 6y = 9। ਇਹਦੇ ਵਿੱਚ ਦੋਨੋਂ ਜਿਹੜੇ ਸਾਡੇ ਕੋਲ ਅਚਲ ਪਦ ਨੇ ਉਹ ਸੱਜੇ ਪਾਸੇ ਨੇ। ਤੋ A1 ਦੀ ਕੀਮਤ ਆਪਣੇ ਕੋਲ 2 ਆਏਗੀ, B1 ਦੀ ਕੀਮਤ -3 ਤੇ C1 ਦੀ ਜਿਹੜੀ ਕੀਮਤ ਹੈ ਉਹ 8 ਹੈ। A2 ਦੀ ਕੀਮਤ 4, A2 ਦੀ ਕੀਮਤ ਭਾਵ x ਦਾ ਜਿਹੜਾ ਸਾਡੇ ਕੋਲ ਗੁਣਾਂਕ ਹੈ। ਠੀਕ ਹੈ, ਔਰ B2 ਦੀ ਕੀਮਤ ਸਾਡੇ ਕੋਲ -6, C2 ਦੀ ਕੀਮਤ ਸਾਡੇ ਕੋਲ ਹੈ 9। ਠੀਕ ਹੈ, ਤੋ ਇਹਨਾਂ ਦੇ ਅਨੁਪਾਤ ਜਿਹੜੇ ਹੈ ਉਹ ਅਸੀਂ ਦੇਖਾਂਗੇ। ਪਹਿਲਾਂ A1/A2 ਦੀ ਜਿਹੜੀ ਕੀਮਤ ਹੈ ਉਹ ਬਣਦੀ ਹੈ 2/4 ਤੇ ਇਹਨੂੰ ਜੇਕਰ ਅਸੀਂ ਹੱਲ ਕਰੀਏ ਤਾਂ 1/2 ਸਾਡੇ ਕੋਲ ਬਣ ਜਾਂਦਾ ਹੈ। ਠੀਕ ਹੈ, ਇਸ ਤੋਂ ਬਾਅਦ B1/B2 -3 ਵਟਾ -6। ਤੋ ਇਹਦੇ ਵਿੱਚ ਅਸੀਂ ਮਾਈਨਸ ਦੇ ਨਾਲ ਮਾਈਨਸ ਜਿਹੜਾ ਕੱਟਿਆ ਜਾਏਗਾ ਔਰ ਇਹ ਸਾਡੇ ਕੋਲ 1/2 ਬਣ ਜਾਏਗਾ। ਠੀਕ ਹੈ, ਇਸ ਤੋਂ ਬਾਅਦ C1/C2 ਜਿਹੜਾ ਹੈ ਇਹਦੀ ਕੀਮਤ ਸਾਡੇ ਕੋਲ 8/9 ਬਣਦੀ ਹੈ। ਠੀਕ ਹੈ, ਤੋ ਅਸੀਂ ਸਾਫ਼ ਤੌਰ 'ਤੇ ਦੇਖ ਸਕਦੇ ਹਾਂ ਕਿ ਇਹਦੇ ਵਿੱਚ A1/A2, A1 ਤੇ A2 ਦਾ ਜਿਹੜਾ ਅਨੁਪਾਤ ਹੈ ਉਹ B1/B2 ਦੇ ਅਨੁਪਾਤ ਦੇ ਬਰਾਬਰ ਹੈ। ਠੀਕ ਹੈ, ਪਰ ਜਿਹੜਾ C1/C2 ਦਾ ਅਨੁਪਾਤ ਹੈ ਉਹ ਇਹਨਾਂ ਦੋਨਾਂ ਦੇ ਬਰਾਬਰ ਨਹੀਂ ਹੈ। ਠੀਕ ਹੈ, 8/9 ਇਹ ਦੋਨਾਂ ਦੀ ਕੀਮਤ 1/2 ਹੈ ਤੇ C1/C2 ਦੀ ਕੀਮਤ ਜਿਹੜੀ ਹੈ ਇਹਨਾਂ ਦੋਨਾਂ ਦੇ ਬਰਾਬਰ ਨਹੀਂ ਹੈ। ਤੋ ਇਹੋ ਜਿਹੇ ਕੇਸ ਦੇ ਵਿੱਚ ਸਾਡੇ ਕੋਲ ਦਿੱਤੇ ਹੋਏ ਜੋੜੇ ਦਾ ਕੋਈ ਵੀ ਹੱਲ ਨਹੀਂ ਹੁੰਦਾ। ਸਾਡੇ ਕੋਲ ਸਮਾਨਾਂਤਰ ਰੇਖਾਵਾਂ ਬਣਦੀਆਂ ਨੇ ਤੇ ਜਿਹੜਾ ਰੇਖੀ ਜੋੜਾ ਹੈ ਉਹ ਸਾਡੇ ਕੋਲ ਅਸੰਗਤ ਹੈ। ਠੀਕ ਹੈ, ਇਸ ਲਈ ਦਿੱਤਾ ਹੋਇਆ ਰੇਖੀ ਜੋੜਾ ਅਸੰਗਤ ਹੈ। ਠੀਕ ਹੈ, ਦਿੱਤਾ ਹੋਇਆ ਰੇਖੀ ਜੋੜਾ ਅਸੰਗਤ ਹੈ। ਇਸ ਤੋਂ ਬਾਅਦ ਸਾਡੇ ਕੋਲ ਤੀਸਰਾ ਜਿਹੜਾ ਸਵਾਲ ਹੈ 5x - 3y = 11 ਤੇ ਇੱਥੇ ਅਸੀਂ ਲਿਖ ਲੈਂਦੇ ਹਾਂ ਇਧਰਲੀ ਸਾਈਡ ਸਵਾਲ ਨੰਬਰ 3।
5x माइनस 3y इक्वल्स टू 11। दूसरी जी समीकरण है माइनस 10x प्लस 6y इक्वल्स टू माइनस 22। ठीक है, ये भी साढ़े कोल जिहड़े अचल पद ने वो दोनों समीकरणों के सज्जे पासे स्थित ने। ठीक है हाँ जी, तो ये जेकर असी देखिए तो A1 अपने कोल 5 के बराबर है, B1 की कीमत -3 है, C1 की कीमत साढ़े कोल 11 है। ठीक है, A2 की कीमत -10, B2 की कीमत जी 6 है, तो C2 की कीमत -22। ठीक है, तो दोनों का अनुपात जिहड़ा असी देख लैने गुणांकों का, तो A1 वटा A2 साढ़े कोल 5 वटा -10 बनया। ठीक है, इनू जेकर असी कटांगे तो ये साढ़े कोल सिंपलीफाई करांगे -1 वटा 2 बन जाता है। इस तो बाद B1 वटा B2 जिहड़ा है -3 वटा 6 के बराबर है, तो ये भी -1 वटा 2 बन जाएगा। इस तो बाद तीसरा अनुपात जिहड़ा C1 वटा C2 है, ये अपने कोल 11 वटा -22 है, 11/-22, तो ये भी साढ़े कोल कट के सरल रूप ਦੇ ਵਿੱਚ ਜੇਕਰ ਅਸੀਂ ਇਹਨੂੰ ਕਰਦੇ ਹਾਂ ਤਾਂ -1 ਵਟਾ 2 ਬਣ ਜਾਂਦਾ ਹੈ। तो ਤਿੰਨੋਂ अनुपात ਸਾਡੇ ਕੋਲ ਬਰਾਬਰ ਬਣ ਜਾਂਦੇ ਨੇ। A1 ਵਟਾ A2 बराबर है B1 वटा B2 ਦੇ, और A बराबर है C1 वटा C2 ਦੇ। तो इस केस ਦੇ ਵਿੱਚ ਕੀ ਹੋਏਗਾ, ਸਾਡੇ ਕੋਲ ਦਿੱਤੇ ਹੋਏ ਜੋੜੇ ਦੇ ਅਸੀਮਤ ਰੂਪ ਵਿੱਚ ਅਨੇਕਾਂ ਹੱਲ ਜਿਹੜੇ ਬਣਨਗੇ ਤੇ ਜਿਹੜਾ ਜੋੜਾ ਹੈ ਉਹ ਸਾਡੇ ਕੋਲ ਸੰਗਤ ਜੋੜਾ ਹੋਏਗਾ। ਠੀਕ ਹੈ, ਦਿੱਤਾ ਹੋਇਆ ਰੇਖੀ ਜੋੜਾ रेखी जोड़ा संगत है। ठीक है, आप गल कर चुके हैं कि जो भी साढ़े कोल समीकरणों का जोड़ा हल है, चाहे वो एक है चाहे अनेक हल ने, उस वेले साढ़े कोल जोड़ा जोड़ा है वो संगत जोड़ा होंदा है। इस तो बाद चौथा जोड़ा सवाल है वो असी देखांगे। चौथा सवाल साढ़े कोल है 4/3x प्लस 2y इक्वल्स टू 8, 2x प्लस 3y इक्वल्स टू 12। हाँ जी, पहले असी समीकरण जड़ियाँ लिख लैने 4/3x जमा 2y बराबर 8, 2x जमा 3y बराबर 12। ठीक है, तो ये जी साढ़े कोल कीमत है A1 की, वो है 4/3, B1 की कीमत है 2, C1 की कीमत है 8। ठीक है, इसे ढंग दे नाल A2 साढ़े कोल है 2, तो B2 की कीमत है 3, तो C2 की कीमत है 12। तो इन्हों के अनुपात A1 वटा A2 ये साढ़े कोल बनता है 4/3, फिर सारे का वटा जोड़ा 2 आएगा। ठीक है, जोड़ा थले अनुपात है इनू असी 2/1 लिख सकते हैं A2 की कीमत नू, तो यदा उल्ट क्रम आ जाएगा साढ़े कोल इत्थे 4/3 गुणा 1/2, ये 2 दे नाल 4 नू कटांगे साढ़े कोल 2 आ जाएगा 2/3। ठीक है, तो इसे ढंग दे नाल B1 वटा B2 की कीमत असी देखांगे, ये साढ़े कोल 2/3 है, तो C1 वटा C2 की कीमत जेकर असी देखते हैं वो 8/12 बनता है। दोनों नू 4 के पहाड़े से कटिया जा सकता है 4 के टेबल से, 4 दूनी 8 तो 4 तिया 12, ये कीमत भी साढ़े कोल 2/3 बनती है। ठीक है, तो तीनों जोड़े अनुपात ने वो साढ़े कोल इत्थे एक समान हो जाते हैं। A1 वटा A2 बराबर है B1 वटा B2 दे, बराबर है C1 वटा C2 दे। इसलिए दिता होया रेखी जोड़ा रेखी जोड़ा संगत है, संगत है, तो इस जोड़े दे भी साढ़े कोल असीमित रूप विच अनेकां हल होणगे। ठीक है, ठीक है स्टूडेंट्स, तो उम्मीद है मैनू कि बहुत ध्यान दे नाल तुसीं सारे क्वेश्चन देखे होणगे। इसे ढंग दे नाल जिहड़े अगले सवाल है वो भी असीं हल करांगे।
ਬਿਲਕੁਲ ਉਹੀ ਪ੍ਰੋਸੈਸ ਰਹੇਗਾ ਸਾਰਾ, ਪਰ ਇਹਦੇ ਵਿੱਚ ਜਿਹੜਾ ਅਸੀਂ ਸੰਗਤ ਜਾਂ ਅਸੰਗਤ ਹੋਣ ਦੀ ਜਗ੍ਹਾ ਇਹ ਦੱਸਾਂਗੇ ਕਿ ਜਿਹੜੇ ਸਾਡੇ ਕੋਲ ਇਹ ਦੋਨੋਂ ਸਮੀਕਰਨਾਂ ਦਿੱਤੀਆਂ ਨੇ, ਇਹਨਾਂ ਦੇ ਜੇਕਰ ਅਸੀਂ ਆਲੇਖ ਖਿੱਚਦੇ ਹਾਂ, ਤਾਂ ਸਾਡੇ ਕੋਲ ਜਿਹੜੀਆਂ ਰੇਖਾਵਾਂ ਬਣਦੀਆਂ ਨੇ, ਉਹ ਇੱਕ ਬਿੰਦੂ 'ਤੇ ਕੱਟਦੀਆਂ ਬਣਦੀਆਂ ਨੇ, ਸਮਾਨ-ਅੰਤਰ ਬਣਦੀਆਂ ਨੇ ਜਾਂ ਸੰਪਾਤੀ ਬਣਦੀਆਂ ਨੇ, ਠੀਕ ਹੈ। ਤੋ ਇਹਦੇ ਬਾਰੇ ਅਸੀਂ ਪਿੱਛੇ ਜਿਹੜਾ ਪਹਿਲਾਂ ਦੇਖ ਆਏ ਹਾਂ ਕਿ ਕਿਹੜੀ ਇਸ ਜਾਣਕਾਰੀ ਤੋਂ ਸਾਨੂੰ ਪਤਾ ਚੱਲਦਾ ਹੈ ਬਿਲਕੁਲ ਉਸੇ ਢੰਗ ਦੇ ਨਾਲ ਕਿ A1/A2 ਜਿਹੜਾ B1/B2 ਦੇ ਬਰਾਬਰ ਨਹੀਂ ਹੋਏਗਾ ਤਾਂ ਰੇਖਾਵਾਂ ਕੱਟਦੀਆਂ ਹੋਣਗੀਆਂ, ਤਿੰਨੋਂ ਅਨੁਪਾਤ ਬਰਾਬਰ ਹੋਣਗੇ, ਸੰਪਾਤੀ ਰੇਖਾਵਾਂ ਬਣਨਗੀਆਂ ਔਰ ਦੋ ਅਨੁਪਾਤ ਬਰਾਬਰ ਨੇ। ਤੀਸਰਾ ਜਿਹੜਾ ਅਚਲ ਪਦਾਂ ਦਾ ਅਨੁਪਾਤ ਹੈ, ਉਹ ਜੇਕਰ ਪਹਿਲੇ ਅਨੁਪਾਤਾਂ ਦੇ ਬਰਾਬਰ ਨਹੀਂ ਹੈ ਤਾਂ ਰੇਖਾਵਾਂ ਸਾਡੇ ਕੋਲ ਜਿਹੜੀਆਂ ਨੇ ਸਮਾਨ-ਅੰਤਰ ਬਣਨਗੀਆਂ, ਠੀਕ ਹੈ। ਤੋ ਪਹਿਲਾ ਸਵਾਲ ਸਾਡੇ ਕੋਲ ਇਹਦੇ ਵਿੱਚ ਹੈ 5x - 4y plus 8 equals to 0। दूसरी ਜਿਹੜੀ ਸਮੀਕਰਨ ਹੈ 7x plus 6y minus 9 equals to 0। ਤੋ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਅਚਲ ਪਦ ਦੋਨੋਂ ਖੱਬੇ ਪਾਸੇ ਨੇ, ਠੀਕ ਹੈ। ਤੋ A1 ਦੀ ਜਿਹੜੀ ਕੀਮਤ ਹੈ ਸਾਡੇ ਕੋਲ 5 ਹੈ, B1 ਦੀ ਕੀਮਤ ਸਾਡੇ ਕੋਲ -4 ਹੈ, C1 ਦੀ ਕੀਮਤ ਸਾਡੇ ਕੋਲ 8 ਹੈ। A2 ਦੀ ਕੀਮਤ 7 ਹੈ, B2 ਦੀ ਕੀਮਤ 6 ਹੈ, C2 ਦੀ ਕੀਮਤ -9 ਹੈ, ਠੀਕ ਹੈ। ਤੋ ਅਨੁਪਾਤ A1/A2 ਇਹ ਸਾਡੇ ਕੋਲ ਬਣ ਜਾਂਦਾ ਹੈ 5/7। ਅਨੁਪਾਤ B1/B2 ਇਹ ਸਾਡੇ ਕੋਲ ਬਣਦਾ ਹੈ -4/6। ਇਹਨੂੰ ਅਸੀਂ ਜੇਕਰ ਥੋੜ੍ਹਾ ਸਿੰਪਲੀਫਾਈ ਕਰਦੇ ਹਾਂ ਤਾਂ ਇਹ ਸਾਡੇ ਕੋਲ -2/3 ਆਏਗਾ, ਠੀਕ ਹੈ। 2 ਦੇ ਨਾਲ 4 ਨੂੰ ਭਾਗ ਕਰਾਂਗੇ 2 ਬਣ ਜਾਏਗਾ, 6 ਨੂੰ 2 ਨਾਲ ਭਾਗ ਕਰਾਂਗੇ ਤਾਂ 3 ਬਣ ਜਾਏਗਾ। ਤੋ ਅਸੀਂ ਦੇਖ ਸਕਦੇ ਹਾਂ A1/A2 ਤੇ B1/B2 ਇਹਨਾਂ ਦੋਨਾਂ ਦੇ ਅਨੁਪਾਤ ਜਿਹੜੇ ਉਹ ਸਮਾਨ ਨਹੀਂ ਹਨ, ਤਾਂ ਤੀਸਰੇ ਅਨੁਪਾਤ ਨੂੰ ਪਤਾ ਕਰਨ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਤੋ A1/A2 ਬਰਾਬਰ ਨਹੀਂ ਹੈ B1/B2 ਦੇ। ਇਹਦਾ ਮਤਲਬ ਸਾਡੇ ਕੋਲ ਇਹਨਾਂ ਰੇਖਾਵਾਂ ਦਾ ਵਿਲੱਖਣ ਹੱਲ ਹੋਏਗਾ, ਠੀਕ ਹੈ। ਵਿਲੱਖਣ ਹੱਲ ਹੋਏਗਾ ਤਾਂ ਜੋ ਸਾਨੂੰ ਪੁੱਛਿਆ ਗਿਆ ਹੈ ਇਹਨਾਂ ਦੇ ਵਿੱਚੋਂ ਸਾਡਾ ਜਵਾਬ ਇਹ ਹੋਏਗਾ ਕਿ ਜਦੋਂ ਵਿਲੱਖਣ ਹੱਲ ਹੁੰਦਾ ਹੈ ਉਸ ਵੇਲੇ ਦੋਨੋਂ ਰੇਖਾਵਾਂ ਜਿਹੜੀਆਂ ਨੇ ਉਹ ਇੱਕ ਬਿੰਦੂ ਉੱਤੇ ਕੱਟਦੀਆਂ ਨੇ, ਠੀਕ ਹੈ। ਤੋ ਅਸੀਂ ਲਿਖਾਂਗੇ ਕਿ ਇਸ ਲਈ ਦੋਨੋਂ ਸਮੀਕਰਨਾਂ ਦੁਆਰਾ ਦਰਸਾਉਂਦੀਆਂ ਰੇਖਾਵਾਂ ਦੋਨੋਂ ਸਮੀਕਰਨਾਂ ਦੁਆਰਾ ਦਰਸਾਉਂਦੀਆਂ ਰੇਖਾਵਾਂ ਇੱਕ ਬਿੰਦੂ ਤੇ ਕੱਟਣਗੀਆਂ। ਰੇਖਾਵਾਂ ਇੱਕ ਬਿੰਦੂ ਤੇ ਕੱਟਣਗੀਆਂ। ਠੀਕ ਹੈ। ਇਸੇ ਢੰਗ ਦੇ ਨਾਲ ਅਗਲਾ ਸਵਾਲ ਅਸੀਂ ਕਰਾਂਗੇ। ਅਗਲੇ ਸਵਾਲ ਦੇ ਵਿੱਚ ਜਿਹੜੀ ਸਾਡੇ ਕੋਲ ਰਕਮ ਹੈ 9x plus 3y plus 12 equals to 0, 18x plus 6y plus 24 equals to 0, ਠੀਕ ਹੈ। ਤੋ ਇਹਦੇ ਵਿੱਚ ਜਿਹੜੀ A1 ਦੀ ਕੀਮਤ ਹੈ ਸਾਡੇ ਕੋਲ ਉਹ ਹੈ 9, B1 ਦੀ ਕੀਮਤ ਹੈ 3, C1 ਦੀ ਕੀਮਤ ਹੈ 12, A2 ਦੀ ਕੀਮਤ ਹੈ 18, B2 ਦੀ ਕੀਮਤ ਹੈ 6, C2 ਦੀ ਕੀਮਤ ਹੈ 24, ਠੀਕ ਹੈ। ਤੋ A1/A2 ਜਿਹੜਾ ਹੈ ਇਹ ਆਪਣੇ ਕੋਲ ਬਣ ਜਾਏਗਾ 9/18, ਠੀਕ ਹੈ। ਤੋ 9 ਦੇ ਨਾਲ ਜੇਕਰ ਅਸੀਂ ਭਾਗ ਕਰਦੇ ਹਾਂ ਅੰਸ਼ ਤੇ ਹਰ ਨੂੰ, ਇਹ ਸਾਡੇ ਕੋਲ 1/2 ਬਣ ਜਾਂਦਾ ਹੈ। ਇਸ ਤੋਂ ਬਾਅਦ B1/B2 ਦੀ ਜਿਹੜੀ ਕੀਮਤ ਹੈ B1 ਤੇ B2 ਦਾ ਅਨੁਪਾਤ 3/6 ਔਰ ਇਹ ਵੀ 1/2 ਬਣ ਜਾਏਗਾ। ਇਸ ਤੋਂ ਬਾਅਦ ਤੀਸਰਾ ਅਨੁਪਾਤ C1/C2 ਇਹ ਵੀ ਹੈ 12/24, ਤੋ ਇਹ ਵੀ ਕੱਟ ਕੇ ਸਾਡੇ ਕੋਲ 1/2 ਬਣ ਜਾਏਗਾ, ਠੀਕ ਹੈ। ਤੋ ਤਿੰਨੋਂ ਅਨੁਪਾਤ ਸਾਡੇ ਕੋਲ ਬਰਾਬਰ ਨੇ, ਇਸ ਲਈ
इस जोड़े ਦੇ ਅਨੇਕਾਂ ਹੱਲ ਹੋਣਗੇ ਤੇ ਜਿਹੜੇ ਜੋ ਸਾਡੇ ਕੋਲ ਰੇਖਾਵਾਂ ਬਣਨਗੀਆਂ ਜੋ ਇਹ ਸਮੀਕਰਨਾਂ ਦੇ ਦੁਆਰਾ ਦਰਸਾਈਆਂ ਜਾਣਗੀਆਂ ਉਹ ਦੋਨੋਂ ਰੇਖਾਵਾਂ ਸੰਪਾਤੀ ਰੇਖਾਵਾਂ ਬਣਨਗੀਆਂ ਠੀਕ ਹੈ therefore ਇਸ ਲਈ ਰੇਖੀ ਜੋੜੇ ਦੁਆਰਾ ਰੇਖੀ ਜੋੜੇ ਦੁਆਰਾ ਦਰਸਾਈਆਂ ਰੇਖਾਵਾਂ ਸੰਪਾਤੀ ਹੋਣਗੀਆਂ ਤੇ ਉਹਨਾਂ ਦੇ ਅਸੀਮਤ ਰੂਪ ਵਿੱਚ ਅਨੇਕਾਂ ਹੱਲ ਹੋਣਗੇ ਠੀਕ ਹੈ ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਇਹ ਤੁਸੀਂ ਆਪਣੇ ਆਪ ਜਿਹੜਾ ਕਰ ਸਕਦੇ ਹੋ ਠੀਕ ਹੈ 6x - 3y + 10 ਹੈ ਤੇ 2x - y + 9 ਹੈ a1 ਸਾਡੇ ਕੋਲ ਇਹਦੇ 'ਚ b1 b2 c1 c2 a2 b2 c2 ਤੁਸੀਂ ਦੇਖ ਕੇ ਉਹਨਾਂ ਦੇ ਅਨੁਪਾਤ ਚੈੱਕ ਕਰਕੇ ਜਿਹੜਾ ਪਿਛਲੇ ਟੇਬਲ ਤੋਂ ਜਿਹੜੀ ਜਾਣਕਾਰੀ ਟੇਬਲ ਦੇ ਵਿੱਚ ਦਿੱਤੀ ਹੋਈ ਹੈ ਉਹਦੇ ਤੋਂ ਦੱਸ ਸਕਦੇ ਹੋ ਕਿ ਜਿਹੜੀਆਂ ਰੇਖਾਵਾਂ ਬਣਨਗੀਆਂ ਉਹ ਸਾਡੇ ਕੋਲ ਸੰਪਾਤੀ ਸਮਾਨਾਂਤਰ ਜਾਂ ਕੱਟਦੀਆਂ ਹੋਈਆਂ ਬਣਨਗੀਆਂ ਇਹ ਸਵਾਲ ਤੁਹਾਡੇ ਵਾਸਤੇ ਪ੍ਰੈਕਟਿਸ ਵਾਸਤੇ ਹੈ ਤੀਜਾ ਇਹ ਤੁਸੀਂ ਆਪਣੇ ਆਪ ਕਰ ਸਕਦੇ ਹੋ ਇਸ ਤੋਂ ਬਾਅਦ ਸਾਡੇ ਕੋਲ ਸਵਾਲ ਹੈ ਕਿ P ਦੇ ਕਿਹੜੇ ਮੁੱਲਾਂ ਨਾਲ ਹਾਂਜੀ P ਦੇ ਕਿਹੜੇ ਮੁੱਲਾਂ ਨਾਲ ਰੇਖੀ ਸਮੀਕਰਨ ਦੇ ਜੋੜਾ ਜਿਹੜਾ ਦਿੱਤਾ ਹੈ ਉਹ ਅਸੀਂ ਲਿਖ ਲੈਂਦੇ ਹਾਂ 4x plus py plus 8 equals to 0 2x plus 2y plus 2 equals to 0 ਦਾ ਇੱਕ ਵਿਲੱਖਣ ਹੱਲ ਹੈ ਤੋ ਸਾਨੂੰ ਪਤਾ ਹੈ ਕਿ ਵਿਲੱਖਣ ਹੱਲ ਕਦੋਂ ਹੁੰਦਾ ਹੈ ਜਦੋਂ ਸਾਡੇ ਕੋਲ a1 ਵਟਾ a2 b1 ਵਟਾ b2 ਦੇ ਬਰਾਬਰ ਨਾ ਹੋਏ ਤੋ ਇਹਦੇ ਵਿੱਚ ਜਿਹੜੀ a1 ਦੀ ਕੀਮਤ ਹੈ ਉਹ ਸਾਡੇ ਕੋਲ ਹੈ 4 b1 ਦੀ ਕੀਮਤ ਹੈ p a2 ਦੀ ਕੀਮਤ ਹੈ 2 ਤੇ b2 ਦੀ ਕੀਮਤ ਹੈ 2 ਠੀਕ ਹੈ ਤੋ ਕਿਉਂਕਿ ਦਿੱਤੇ ਹੋਏ ਜੋੜੇ ਦਾ ਇੱਕ ਵਿਲੱਖਣ ਹੱਲ ਹੈ ਇਸ ਲਈ ਅਸੀਂ ਲਿਖਾਂਗੇ ਕਿਉਂਕਿ ਦਿੱਤੇ ਹੋਏ ਜੋੜੇ ਦਾ ਇੱਕ ਵਿਲੱਖਣ ਹੱਲ ਹੈ ਇਸ ਲਈ a1 ਵਟਾ a2 ਬਰਾਬਰ ਨਹੀਂ ਹੋਣਾ ਚਾਹੀਦਾ b1 ਵਟਾ b2 ਦੇ ਠੀਕ ਹੈ ਇਟ ਇੰਪਲਾਈਜ਼ ਇਹਦੇ ਤੋਂ ਸਾਨੂੰ ਕੀ ਪਤਾ ਚੱਲਦਾ ਹੈ ਕਿ 4 ਵਟਾ 2 ਦੀ ਜਿਹੜੀ ਕੀਮਤ ਹੈ ਉਹ p ਵਟਾ 2 ਦੇ ਬਰਾਬਰ ਨਹੀਂ ਹੋ ਸਕਦੀ ਠੀਕ ਹੈ ਤੋ ਇਹਨਾਂ ਦਾ ਅਸੀਂ ਇਹਨੂੰ ਪਹਿਲਾਂ ਤਿਰਛੀ ਗੁਣਾ ਕਰਦੇ ਹਾਂ 4 ਨੂੰ 2 ਨਾਲ ਗੁਣਾ ਕਰਾਂਗੇ ਸਾਡੇ ਕੋਲ ਇੱਥੇ 8 ਆ ਜਾਏਗਾ ਤੇ 8 ਬਰਾਬਰ ਨਹੀਂ ਹੈ 2p ਦੇ ਠੀਕ ਹੈ ਤੋ 2 ਦੇ ਨਾਲ ਦੋਨੋਂ ਪਾਸੇ ਭਾਗ ਕਰ ਦਈਏ ਸਾਡੇ ਕੋਲ ਬਣ ਜਾਏਗਾ 4 ਬਰਾਬਰ ਨਹੀਂ ਹੈ p ਦੇ ਸੋ ਇਹਦਾ ਮਤਲਬ p ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 4 ਨਹੀਂ ਹੋ ਸਕਦੀ ਠੀਕ ਹੈ ਤੋ 4 ਨਹੀਂ ਹੋ ਸਕਦੀ ਇਹਦਾ ਭਾਵ ਕਿ p ਦੋਨੋਂ ਰੇਖਾਵਾਂ ਦਾ ਜਿਹੜਾ ਦੋਨੋਂ ਸਮੀਕਰਨਾਂ ਦਾ ਵਿਲੱਖਣ ਹੱਲ ਹੋਏ ਇਹਦੇ ਲਈ p ਦੀ ਕੀਮਤ 4 ਨਹੀਂ ਹੋ ਸਕਦੀ 4 ਤੋਂ ਇਲਾਵਾ ਕੋਈ ਵੀ ਪ੍ਰਾਕਿਰਤਿਕ ਸੰਖਿਆ ਹੋ ਸਕਦੀ ਹੈ ਠੀਕ ਹੈ ਇਸ ਲਈ p ਦੀ ਕੀਮਤ ਸੰਖਿਆ 4 ਤੋਂ ਇਲਾਵਾ ਕੋਈ ਵੀ वास्तविक संख्या हो सकती है कोई भी वास्तविक संख्या हो सकती है ठीक है क्योंकि जेकर 4 हो जाएगी तो 4 बटा 2 दोनों पासे बराबर हो जाएंगे दोनों अनुपात ਤੇ ਉਹਦੇ ਨਾਲ ਫਿਰ ਸਾਡੇ ਕੋਲ ਰੇਖੀ ਜੋੜੇ ਦਾ ਵਿਲੱਖਣ ਹੱਲ ਵਾਲਾ ਜਿਹੜਾ ਕੇਸ ਹੈ ਉਹ ਨਹੀਂ ਬਣ ਪਾਏਗਾ ਠੀਕ ਹੈ